Welcome dear students. Today we are going to discuss about your 12th class English sample paper for term 1. ठीक है, it's a sample paper or model test paper. ठीक है, maximum marks for this paper is 40 marks. ਠੀਕ ਹੈ, ਤਾਂ ਪਿਆਰੇ ਵਿਦਿਆਰਥੀਓ ਟਰਮ 1 ਦੇ ਵਾਂਗ ਇਹ ਤੁਹਾਡੇ ਲਈ ਆਪਾਂ ਸੈਂਪਲ ਪੇਪਰ ਹੱਲ ਕਰ ਰਹੇ ਹਾਂਗੇ ਜਿਹੜਾ ਕਿ ਹੂਬਹੂ ਤੁਹਾਡੇ ਟਰਮ 1 ਦੇ ਪੇਪਰ ਦੇ ਵਾਂਗ ਹੋਏਗਾ. ਟਾਈਮ ਅਲਾਉਡ ਫॉर ਦਿਸ ਪੇਪਰ ਇਜ਼ 1 ਆਵਰ, 1 ਘੰਟਾ ਹੋਏਗਾ. ਨੋਟ all questions are multiple choice questions. ठीक है, MCQs. each question carries 1 mark. हर एक प्रश्न का 1 अंक होएगा. तो फर्स्ट ऑफ ऑल read the following passage and answer the questions 1 to 10 given below. ਇਹ ਪੈਸੇਜ ਹੈਗਾ, ਇਹਨੂੰ ਆਪਾਂ ਧਿਆਨ ਨਾਲ ਪੜ੍ਹਨਾ ਹੈਗਾ. ਠੀਕ ਹੈ, ਤੇ ਇਸ ਪੈਸੇਜ ਦਾ ਸਿਰਫ ਇੱਕੋ ਹੀ ਤਰੀਕਾ ਹੈਗਾ. ਠੀਕ ਹੈ, ਇਹਦੀ ਤੁਸੀਂ ਪ੍ਰੈਕਟਿਸ ਕਰੋ, ਤੁਸੀਂ ਇਹਨੂੰ ਵਧੀਆ ਢੰਗ ਨਾਲ ਹੱਲ ਕਰ ਸਕਦੇ ਹੋਗੇ. ਸਭ ਤੋਂ ਪਹਿਲਾਂ ਆਪਾਂ ਇਹਨੂੰ ਰੀਡ ਕਰਨਾ ਹੈਗਾ. ਤੁਸੀਂ 1 ਵਾਰ ਪੜ੍ਹੋ, 2 ਵਾਰ ਪੜ੍ਹੋ, ਧਿਆਨ ਨਾਲ ਪੜ੍ਹੋ. ਇਸ ਤੋਂ ਬਾਅਦ ਤੁਸੀਂ ਅਗਰ ਕੁਐਸਚਨ ਦੇ ਆਨਸਰ ਲੱਭੋਗੇ ਤਾਂ ਤੁਹਾਨੂੰ ਬੜੀ ਆਸਾਨੀ ਦੇ ਨਾਲ ਉੱਤਰ ਲੱਭ ਜਾਣਗੇ. ਤਾਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਰੀਡ ਕਰ ਦਿਆਂਗੇ. ਦੇਅਰ ਆਰ ਇਨ ਅਵਰ ਕੰਟਰੀ ਐਜ਼ ਇਨ ਅਦਰ ਕੰਟਰੀਜ਼ ਆਫ ਦਾ ਵਰਲਡ. ਸਾਡੇ ਦੇਸ਼ ਵਿੱਚ ਐਵੇਂ ਦੂਸਰੇ ਦੇਸ਼ਾਂ ਦੇ ਵਿੱਚ ਥਾਊਜ਼ੈਂਡ ਆਫ ਹੈਂਡੀਕੈਪਡ ਪਰਸਨਸ such as those who are blind or deaf and dumb. ਸਾਡੇ ਦੇਸ਼ ਵਿੱਚ ਅਤੇ ਦੂਜੇ ਸੰਸਾਰ ਦੇ ਦੂਜੇ ਦੇਸ਼ਾਂ ਦੇ ਵਿੱਚ ਹਜ਼ਾਰਾਂ ਹੀ ਲੋਕ ਹੈਂਡੀਕੈਪਡ ਹੈਗੇ. ਠੀਕ ਹੈ, ਜਿਹੜੇ ਕਿ ਅੰਨੇ ਹੈਗੇ, ਬਹਿਰੇ ਹੈਗੇ ਜਾਂ ਗੂੰਗੇ ਹੈਗੇ. ਇਨ ਸਮ ਕੇਸਿਸ, ਕੁਝ ਕੇਸਾਂ ਦੇ ਵਿੱਚ these persons may have been born blind or deaf. ਕੁਝ ਕੇਸਾਂ ਦੇ ਵਿੱਚ ਇਹ ਵਿਅਕਤੀ ਜੰਮਦੇ ਸਾਰ ਜਾਂ ਤਾਂ ਅੰਨੇ ਹੈਗੇ ਜਾਂ ਫਿਰ ਡੈਫ ਹੈਗੇ, ਬਹਿਰੇ ਹੈਗੇ. In other, they may have gone blind or deaf as a result of some illness and accident. ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਕੁਝ ਜਿਹੜੇ ਵਿਅਕਤੀ ਹੈਗੇ ਜਾਂ ਤਾਂ ਉਹ ਬਿਮਾਰੀ ਦੇ ਕਰਕੇ ਗੂੰਗੇ ਜਾਂ ਬਹਿਰੇ, ਅੰਨੇ ਜਾਂ ਬਹਿਰੇ ਹੋ ਗਏ, ਜਾਂ ਫਿਰ ਕਿਸੇ ਐਕਸੀਡੈਂਟ ਕਰਕੇ, ਦੁਰਘਟਨਾ ਕਾਰਨ. You sometimes hear people say of such handicapped persons. ਤੁਸੀਂ ਕਈ ਵਾਰ ਲੋਕਾਂ ਨੂੰ ਇਹਨਾਂ ਬਾਰੇ ਕਹਿੰਦਾ ਸੁਣਿਆ ਹੋਏਗਾ, ਇਹਨਾਂ ਵਿਅਕਤੀਆਂ ਬਾਰੇ ਜਿਹੜੇ ਹੈਂਡੀਕੈਪਡ ਪਰਸਨ ਹੈਗੇ. ਇਟ ਇਜ਼ ਦਾ ਵਰਕ ਆਫ ਫੇਟ. ਠੀਕ ਹੈ, ਕਹਿੰਦਾ ਇਹ ਕਿਸਮਤ ਦਾ ਖੇਲ ਹੈ. ਔਰ ਇਟ ਇਜ਼ ਦਾ ਵਿਲ ਆਫ ਗੋਡ, ਇਹ ਪਰਮਾਤਮਾ ਦੀ ਮਰਜ਼ੀ ਹੈ ਜਾਂ ਇੱਛਾ ਹੈ. ਸਮ ਈਵਨ ਸੇ, ਕੁਝ ਤਾਂ ਇੱਥੋਂ ਤੱਕ ਕਹਿ ਦਿੰਦੇ ਹੈਗੇ, ਦੇ ਸਫਰ ਦਾ ਫਰੂਟਸ ਆਫ ਦੇਅਰ ਓਨ ਐਕਸ਼ਨਸ ਇਨ ਦਾ ਪਾਸਟ. ਇਹ ਉਹਨਾਂ ਦੇ ਭੂਤਕਾਲ ਦੇ ਵਿੱਚ ਕੀਤੇ ਗਏ ਜਾਂ ਪਿਛਲੇ ਸਮੇਂ ਕੀਤੇ ਗਏ ਕਰਮਾਂ ਦਾ ਫਲ ਹੈਗਾ, ਉਹ ਭੋਗ ਰਹੇ ਹੈਗੇ. Even parents of handicapped children often express such feeling and opinions. ਕਹਿੰਦਾ ਇੱਥੋਂ ਤੱਕ ਜਿਹੜੇ ਹੈਂਡੀਕੈਪਡ ਬੱਚਿਆਂ ਦੇ ਮਾਤਾ ਪਿਤਾ ਹੈਗੇ ਉਹਨਾਂ ਵੱਲੋਂ ਵੀ ਅਜਿਹੀਆਂ ਫੀਲਿੰਗਸ, ਭਾਵਨਾਵਾਂ ਅਤੇ ਵਿਚਾਰ ਪੇਸ਼ ਕੀਤੇ ਜਾਂਦੇ ਹੈਗੇ. ਐਂਡ ਦੇ ਸਕੇਅਰਸ ਈਵਨ ਥਿੰਕ ਆਫ ਹਾਊ ਐਂਡ ਦੇ ਹੈਲਪ ਦੀਜ਼ ਅਨਫੋਰਚੂਨੇਟ ਵਨਸ. ਠੀਕ ਹੈ, ਕਹਿੰਦੇ ਵੀ ਅਸੀਂ ਇਹਨਾਂ ਮੰਦਭਾਗੇ, ਠੀਕ ਹੈ, ਜਾਂ ਅਣਹੋਣੀ ਦੇ ਸ਼ਿਕਾਰ ਹੋਏ ਬੱਚਿਆਂ ਦੀ ਮਦਦ ਕਿਵੇਂ ਕਰੀਏ. ਦਿਸ ਸਰਟੇਨਲੀ ਇਜ਼ ਨਾਟ ਦਾ ਵੇ ਟੂ ਲੁੱਕ ਐਟ ਦਾ ਪ੍ਰੋਬਲਮਸ ਆਫ ਦਾ ਹੈਂਡੀਕੈਪ. ਠੀਕ ਹੈ, ਕਹਿੰਦਾ ਇਹ ਇਹਨਾਂ ਜਿਹੜੇ ਹੈਂਡੀਕੈਪਡ ਵਿਕਲਾਂਗ ਬੱਚੇ ਹੈਗੇ ਇਹਨਾਂ ਦੀਆਂ ਸਮੱਸਿਆਵਾਂ ਦੇ ਵੱਲ ਵੇਖਣ ਦਾ ਸਹੀ ਨਜ਼ਰੀਆ ਜਾਂ ਤਰੀਕਾ ਨਹੀਂ ਹੈ. ਵਟ ਐਵਰ ਮੇ ਬੀ ਦਾ ਕਾਜ਼ ਆਫ ਦੇਅਰ ਸਫਰਿੰਗ, ਕਿ ਉਹਨਾਂ ਦੇ ਇਸ ਦਰਦ ਚੱਲ ਰਹੇ ਜਾਂ ਦੁੱਖ ਚੱਲ ਰਹੇ ਤਕਲੀਫਾਂ ਦਾ ਕੀ ਕਾਰਨ ਹੈਗਾ. ਵੀ ਹੈਵ ਗੋਟ ਟੂ ਟਰੀਟ ਦਾ ਹੈਂਡੀਕੈਪਡ ਵਿਦ ਸਿੰਪਥੀ ਐਂਡ ਅੰਡਰਸਟੈਂਡਿੰਗ. ਅਸੀਂ ਇਹਨਾਂ ਵਿਕਲਾਂਗ ਬੱਚਿਆਂ ਦੇ ਨੂੰ ਪਿਆਰ ਦੇ ਨਾਲ, ਹਮਦਰਦੀ ਦੇ ਨਾਲ ਅਤੇ ਸਮਝ ਦੇ ਨਾਲ ਇਹਨਾਂ ਦੇ ਨਾਲ ਵਿਵਹਾਰ ਕਰਨਾ ਗਾ, ਇਹਨਾਂ ਨੂੰ ਟਰੀਟ ਕਰਨਾ ਗਾ. ਇਨ ਮੈਨੀ ਇੰਸਟੈਂਸਿਸ, ਠੀਕ ਹੈ, ਕਹਿੰਦਾ ਬਹੁਤ ਉਦਾਹਰਨਾਂ ਦੇ ਵਿੱਚ, ਬਹੁਤ ਸਾਰੀਆਂ ਉਦਾਹਰਨਾਂ ਨੇ. physically handicapped children suffer neglect and are left to themselves in their homes. ਜਿਹੜੇ ਸਰੀਰਕ ਤੌਰ 'ਤੇ ਵਿਕਲਾਂਗ ਬੱਚੇ ਹੈਗੇ ਉਹਨਾਂ ਨੂੰ ਨਿਗਲੈਕਟ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ, ਨਜ਼ਰ ਅੰਦਾਜ਼ ਕੀਤਾ ਜਾਂਦਾ ਹੈਗਾ, ਜਾਂ ਫਿਰ ਉਹਨਾਂ ਨੂੰ ਘਰਾਂ ਦੇ ਵਿੱਚ ਇਕੱਲਿਆਂ ਛੱਡ ਦਿੱਤਾ ਜਾਂਦਾ ਹੈਗਾ. ਦਿਸ ਮੇਕਸ ਦੇਅਰ ਲਾਈਫ ਐਕਸਟ੍ਰੀਮਲੀ ਸੈਡ ਔਰ ਲੋਨਲੀ. ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਜੀਵਨ ਨੂੰ ਬਹੁਤ ਦੁਖੀ ਅਤੇ ਇਕੱਲੇਪਣ ਦੇ ਨਾਲ ਭਰ ਦਿੰਦੀਆਂ ਨੇ. ਅਵਰ ਫਸਟ ਡਿਊਟੀ ਇਜ਼ ਟੂ ਮੇਕ ਦੀਜ਼ ਚਿਲਡਰਨ ਹੈਪੀਅਰ. ਸਾਡੀ ਪਹਿਲਾ ਫਰਜ਼ ਇਹ ਬਣਦਾ ਗਾ ਅਸੀਂ ਇਹਨਾਂ ਬੱਚਿਆਂ ਨੂੰ ਖੁਸ਼ ਰੱਖੀਏ. ਐਂਡ
ਲੈਸ ਲੋਨਲੀ, ਅਤੇ ਇਹਨਾਂ ਨੂੰ ਇਕੱਲਾਪਣ ਨਾ ਮਹਿਸੂਸ ਹੁੰਦੀ ਹੈ। ਸੈਕੰਡਲੀ, ਵੀ ਹੈਵ ਗੋਟ ਟੂ ਐਜੂਕੇਟ ਦੀਜ਼ ਚਿਲਡਰਨ, ਹੈਲਪ ਦੈਮ ਟੂ ਲਾਈਵ ਯੂਜ਼ਫੁਲ ਲਾਈਵਸ। ਦੂਜਾ ਇਹ ਹੈ, ਅਸੀਂ ਇਹਨਾਂ ਬੱਚਿਆਂ ਨੂੰ ਪੜ੍ਹਾਈਏ, ਸਿੱਖਿਆ ਪ੍ਰਦਾਨ ਕਰਵਾਈਏ ਅਤੇ ਇਹਨਾਂ ਦੀ ਮਦਦ ਕਰੀਏ ਤਾਂ ਜੋ ਇਹ ਵੀ ਇੱਕ ਵਧੀਆ ਜੀਵਨ ਜੀ ਸਕਣ। ਵੀ ਸ਼ੁੱਡ ਸਿਕਿਉਰ ਫੋਰ ਦੈਮ ਬੈਨੀਫਿਟਸ ਆਫ ਐਜੂਕੇਸ਼ਨ ਇਨ ਸਕੂਲ ਇੰਟੈਂਡਡ ਫॉर ਦੈਮ। ਠੀਕ ਹੈ, ਅਸੀਂ ਸਕੂਲੀ ਜਿਹੜੀ ਸਿੱਖਿਆ ਹੈਗੀ ਉਹਨਾਂ ਨੂੰ ਪ੍ਰਦਾਨ ਕਰਵਾਈਏ। ਠੀਕ ਹੈ, ਉਹਨਾਂ ਨੂੰ ਮੁਫਤ ਪ੍ਰਦਾਨ ਕਰੀਏ, ਉਹਨੂੰ ਪ੍ਰਦਾਨ ਕਰਾਉਣ ਦਾ ਮੌਕਾ ਦਈਏ ਤਾਂ ਜੋ ਉਹ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜਿਉ ਸਕਣ। ਵੀ ਹੈਵ ਗੋਟ ਟੂ ਮੇਕ ਦੈਮ ਯੂਜ਼ਫੁਲ ਸਿਟੀਜ਼ਨਸ। ਠੀਕ ਹੈ, ਬਾਈ ਕ੍ਰੀਏਟਿੰਗ ਸੂਟੇਬਲ ਇੰਪਲੋਇਮੈਂਟ ਓਪਰਚੁਨਿਟੀਜ਼ ਫॉर ਦੈਮ। ਅਸੀਂ ਉਹਨਾਂ ਨੂੰ ਇੱਕ ਵਧੀਆ ਨਾਗਰਿਕ ਤੌਰ 'ਤੇ ਬਣਾ ਸਕਦੇ ਹਾਂ, ਇੱਕ ਵਧੀਆ ਨਾਗਰਿਕ ਬਣਾ ਸਕਦੇ ਹਾਂਗੇ, ਵਧੀਆ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰ ਸਕਦੇ ਹਾਂਗੇ ਅਗਰ ਅਸੀਂ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਜਾਂ ਰੁਜ਼ਗਾਰ ਦੀਆਂ ਜਿਹੜੀਆਂ ਨਵੇਂ ਮੌਕੇ ਹੈਗੇ ਉਹ ਪ੍ਰਦਾਨ ਕਰੀਏ। ਦੇ ਵਿਲ ਦੈਨ ਹੈਵ ਅ ਸੈਂਸ ਆਫ ਅਚੀਵਮੈਂਟ। ਫਿਰ ਉਹਨਾਂ ਦੇ ਵਿੱਚ ਕੁਝ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਹੈਗੀ ਉਹ ਜਾਗੇਗੀ। ਵੀ ਕੈਨ ਬੀ ਹੈਪੀ ਦੈਟ ਵੀ ਹੈਵ ਡਨ ਆਵਰ ਡਿਊਟੀ ਟੂਵਾਰਡਸ ਦੈਮ। ਸਾਨੂੰ ਬਹੁਤ ਖੁਸ਼ੀ ਮਿਲੇਗੀ, ਅਸੀਂ ਬਹੁਤ ਖੁਸ਼ ਹੋਵਾਂਗੇ ਜੇਕਰ ਅਸੀਂ ਉਹਨਾਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵਾਂਗੇ। ਠੀਕ, ਤਾਂ ਇਹ ਪੈਸੇ ਸੀ। ਇਹਦੇ ਵਿੱਚ ਕੁਐਸਚਨ ਹੈਗੇ, ਬਿਲਕੁਲ ਸਿੰਪਲ ਜਿਹੇ ਕੁਐਸਚਨ ਹੈਗੇ। ਠੀਕ ਹੈ, ਫਸਟ ਕੁਐਸਚਨ ਹੈ, ਹਾਊ ਸ਼ੁੱਡ ਵੀ ਟਰੀਟ ਦ ਹੈਂਡੀਕੈਪਡ ਚਿਲਡਰਨ। ਠੀਕ ਹੈ, ਪੜ੍ਹ ਕੇ ਅਸੀਂ ਅਗਰ ਤੁਸੀਂ ਪੈਸੇਜ ਨੂੰ ਧਿਆਨ ਨਾਲ ਪੜ੍ਹੇਗਾ ਤਾਂ ਬਿਲਕੁਲ ਸੌਖਾ ਜਿਹਾ ਦਾ ਆਨਸਰ ਹੈਗਾ, ਵਿਦ ਸਿੰਪਥੀ ਐਂਡ ਅੰਡਰਸਟੈਂਡਿੰਗ। ਦੇਖੋ ਇੱਥੇ ਆਪਾਂ ਕੀਤਾ ਸੀ ਵਿਦ ਸਿੰਪਥੀ ਐਂਡ ਅੰਡਰਸਟੈਂਡਿੰਗ। ਸੈਕਿੰਡ ਕੁਐਸਚਨ, ਅਕੋਰਡਿੰਗ ਟੂ ਦ ਆਥਰ ਵਟ ਇਜ਼ ਅਵਰ ਫਸਟ ਡਿਊਟੀ ਟੂਵਾਰਡਸ ਹੈਂਡੀਕੈਪਡ ਚਿਲਡਰਨ। ਵੇਖੋ ਇਹਦੇ ਵਿੱਚ ਕਿਹੜਾ ਹੈਗਾ, ਹਾਂਜੀ, ਟੂ ਮੇਕ ਦੈਮ ਹੈਪੀਅਰ ਐਂਡ ਲੈਸ ਲੋਨਲੀ। ਇਹ ਵੀ ਆਪਾਂ ਪੈਸੇਜ ਦੇ ਵਿੱਚੋਂ ਹੀ ਲੱਭੇਗਾ, ਆਪਣੇ ਕੋਲੋਂ ਨਹੀਂ ਬਣਾਇਆ ਹੈਗਾ ਇਹਨੂੰ। ਟੂ ਮੇਕ ਦੀਜ਼ ਚਿਲਡਰਨ ਹੈਪੀਅਰ ਐਂਡ ਲੈਸ ਲੋਨਲੀ। ਥਰਡ ਕੁਐਸਚਨ, ਹਾਊ ਡੂ ਸਮ ਚਿਲਡਰਨ ਬਿਕਮ ਹੈਂਡੀਕੈਪਡ। ਠੀਕ ਹੈ, ਜਿਹੜੇ ਬੱਚੇ ਹੈਗੇ ਉਹ ਕਿਸ ਤਰੀਕੇ ਨਾਲ ਵਿਕਲਾਂਗ ਹੋ ਜਾਂਦੇ ਹੈਗੇ, ਐਜ਼ ਅ ਰਿਜ਼ਲਟ ਆਫ ਐਨ ਐਕਸੀਡੈਂਟ, ਐਜ਼ ਅ ਰਿਜ਼ਲਟ ਆਫ ਐਨ ਇਲਨੈਸ। ਠੀਕ ਹੈ, ਤਾਂ ਇਹਦੇ ਲਈ ਸੀ ਆਪਸ਼ਨ ਆ ਜਾਣੀ ਸੀ। ਠੀਕ ਹੈ, ਇੱਥੇ ਆਪਸ਼ਨ ਮੇ ਵੀ ਅੱਗੇ ਪਿੱਛੇ ਹੋ ਗਈਆਂ, ਬੋਥ ਆਫ ਦਾ ਅਬਵ। ਠੀਕ ਹੈ, ਯਾਨੀ ਕਿ ਜਿਹੜੀਆਂ ਉੱਪਰ ਇਹ ਬਣੀਆਂ ਬੋਥ ਏ ਐਂਡ ਬੀ, ਇਹ ਦੋਨੋਂ ਕਰੈਕਟ ਹੈਗੇ। ਇਹ ਦੋਨੋਂ ਹੀ ਕਾਰਨ ਹੈਗੇ ਬੱਚਿਆਂ ਦੇ ਵਿਕਲਾਂਗ ਹੋਣ ਦੇ, ਹੈਂਡੀਕੈਪਡ ਹੋਣ ਦੇ। ਕੁਐਸਚਨ ਨੰਬਰ 4, ਵਟ ਮੇਕਸ ਦ ਲਾਈਫ ਆਫ ਹੈਂਡੀਕੈਪਡ ਚਿਲਡਰਨ ਸੈਡ ਐਂਡ ਲੋਨਲੀ। neglect by others, their own mistakes, love by friends, lack of money। ਦਾ ਫਸਟ ਆ ਜਾਏਗਾ neglect by others। question number 5, how can we make these handicapped persons useful cities। ਹਾਂਜੀ, ਤਾਂ ਇਹਨਾਂ ਨੇ ਆਪਾਂ ਕੀ ਕਰਾਂਗੇ, by creating employment opportunities for them। ਠੀਕ ਹੈ, ਇਹ ਵੀ ਆਪਾਂ ਪੈਸੇਜ ਦੇ ਵਿੱਚੋਂ ਹੀ ਲੱਭਿਆ, ਵੀ ਆਪਣੇ ਕੋਲੋਂ ਨਹੀਂ ਬਣਾਇਆ ਹੈਗਾ। ਦੇਖੋ ਅਗਰ ਤੁਸੀਂ ਪੈਸੇਜ ਨੂੰ ਧਿਆਨ ਨਾਲ ਪੜ੍ਹੇਗਾ ਤਾਂ ਦੇਖੋ ਸੀਗਾ, ਵੀ ਹੈਵ ਗੋਟ ਟੂ ਮੇਕ ਦੈਮ ਯੂਜ਼ਫੁਲ ਸਿਟੀਜ਼ਨਸ ਬਾਈ ਕ੍ਰੀਏਟਿੰਗ ਸੂਟੇਬਲ employment opportunities for them। Question number 6, we must dash these children with love and sympathy। We must treat these children with love and sympathy। Number 7, the doctor explained dash of vaccination for all। The doctor explained the benefits of vaccination for all drive to all citizens। Number 8, the role of an Indian army soldier is to dash our nation's border। The role of an Indian army soldier is to secure our nation's border। Question number 9, match the word sympathy with its appropriate meaning। ਹਾਂਜੀ, ਸਿੰਪਥੀ ਦਾ ਕੀ ਆ ਜਾਏਗਾ, ਫੀਲਿੰਗ ਪਿਟੀ ਐਂਡ ਟੈਂਡਰਨੈਸ। ਹਾਂਜੀ, ਠੀਕ ਹੈ, ਡੀ ਆਪਸ਼ਨ ਕਰੈਕਟ ਆ ਜਾਏਗਾ ਇਹਦੇ ਲਈ। ਨੰਬਰ 10, ਮੈਚ ਦ ਵਰਡ ਸੈਡ ਵਿਦ ਇਟਸ ਐਂਟੋਨੀਅਮ। ਹਾਂਜੀ, ਸੈਡ ਦਾ ਐਂਟੋਨੀਅਮ ਕੀ ਹੋ ਜਾਏਗਾ ਵੀ, ਹੈਪੀ। ਠੀਕ ਹੈ, ਐਂਟੋਨੀਅਮ ਵਿਰੋਧੀ ਸ਼ਬਦ।
ਨੈਕਸਟ ਹੈ ਕੁਐਸਚਨ ਨੰਬਰ 11 to 30 ਆਰ ਬੇਸਡ ਔਨ ਟੈਕਸਟ ਬੁੱਕ। ਠੀਕ ਹੈ, ਤੁਹਾਡੀ ਟੈਕਸਟ ਬੁੱਕ ਦੇ ਨਾਲ ਰਿਲੇਟਡ ਕੁਐਸਚਨ ਹੈਗੇ ਜਿਹੜੇ ਆਪਾਂ ਹੁਣ ਕਰਨ ਜਾ ਰਹੇ ਹਾਂਗੇ। ਫਸਟ ਕੁਐਸਚਨ ਇਹਦੇ ਵਿੱਚੋਂ ਨੰਬਰ 11, ਹਾਊ ਡਿਡ ਹਸਨ ਇਨਵੇਰੀਏਬਲੀ ਫੇਅਰ ਇਨ ਦਾ ਐਗਜ਼ਾਮੀਨੇਸ਼ਨ। ਹਾਂਜੀ, ਤਾਂ ਇਹਦੇ ਲਈ ਆਪਣੇ ਕੋਲ ਫੋਰਥ ਆਪਸ਼ਨ ਆ ਜਾਏਗੀ ਗੋਟ ਫਸਟ ਇਨ ਦਾ ਕਲਾਸ। ਨੈਕਸਟ ਕੁਐਸਚਨ, ਹਾਊ ਡਿਡ ਪ੍ਰੋਫੈਸਰ ਸੁਧਾ ਮੂਰਤੀ ਟਰੀਟ ਹਰ ਸਟੂਡੈਂਟਸ। ਹਾਂਜੀ, ਵਿਦ ਲਵਿੰਗਲੀ, ਉਹਨਾਂ ਨੂੰ ਪਿਆਰ ਦੇ ਨਾਲ ਉਹ ਡੀਲ ਕਰਦੀ ਸੀ। ਨੰਬਰ 13, ਵਿਚ ਬੈਂਡ ਡਿਡ ਫਿਲਿਪ ਵਰਕ ਫੋਰ। ਕਿਹੜੇ ਬੈਂਡ ਸੀ ਜਿਹਦੇ ਲਈ ਫਿਲਿਪ ਕੰਮ ਕਰਦਾ ਸੀ। ਠੀਕ ਹੈ, ਮੈਰੀਨਾ ਬੈਂਡ। ਨੰਬਰ 14, ਹੂ ਇਜ਼ ਦਾ ਪ੍ਰੋਪੋਨੈਂਟ ਆਫ ਲੇਟਰਲ ਥਿੰਕਿੰਗ। ਹਾਂਜੀ, ਤਾਂ ਇਸ ਜਿਹੜਾ ਲੈਸਨ ਸੀ ਇਹਦੇ ਲਈ ਆਪਣਾ ਬੀ ਆਪਸ਼ਨ ਕਰੈਕਟ ਆ ਜਾਏਗੀ, ਐਡਵਰਡ ਡੀ ਬੋਨੋ। ਨੰਬਰ 15, ਹਾਊ ਮਚ ਅਮਾਊਂਟ ਡਿਡ ਥੋਮਸ ਆਸਕ ਐਜ਼ ਅ ਲੋਨ ਫਰੋਮ ਦਾ ਬੈਂਕ। ਹਾਂਜੀ, $5,000। ਕੁਐਸਚਨ ਨੰਬਰ 16, ਹੂ ਇਜ਼ ਦਾ ਆਥਰ ਆਫ ਦਾ ਲੈਸਨ ਦ ਮਾਰਚ ਕਿੰਗ। ਹਾਂਜੀ, ਇਸ ਲੈਸਨ ਦਾ ਆਥਰ ਕੌਣ ਸੀ ਆਪਣੇ ਕੋਲ। ਠੀਕ ਹੈ, ਕੈਥਰੀਨ ਲਿਟਲ ਬੇਕਲੈਸ। ਨੰਬਰ 17, ਹੂ ਹਰਲਡ ਦਾ ਪੈਸੇਂਜਰ ਆਊਟ ਆਫ ਦਾ ਲਿਫਟ। ਹਾਂਜੀ, ਦ ਲਿਫਟਮੈਨ। ਕੁਐਸਚਨ ਨੰਬਰ 18, ਹੂ ਇਜ਼ ਦਾ ਆਥਰ ਆਫ ਦਾ ਲੈਸਨ ਔਨ ਸਿੰਗ ਪਲੀਜ਼। ਹਾਂਜੀ, ਏ.ਜੀ. ਗਾਰਡੀਨਰ। ਹਾਂਜੀ, ਨੈਕਸਟ, ਰੀਡ the lines given below and answer the questions that follow. I am the heat of your heart on the cold winter nights, the friendly shade screening you from the summer sun, and my fruits are refreshing draughts, quenching your thirst as you journey on. Question number 19, name the poem that contains these lines. ठीक है, ਇਹ ਜਿਹੜੀ ਕਵਿਤਾ ਦਾ ਨਾਮ ਹੈਗਾ ਜਿੱਥੋਂ ਇਹ ਲਾਈਨਸ ਲਈਆਂ ਗਈਆਂ ਨੇ ਉਹ ਹੈਗਾ ਪ੍ਰੇਅਰ ਆਫ ਦਾ ਬਰਡਸ। ਬੀ ਆਪਸ਼ਨ ਕਰੈਕਟ ਆ ਜਾਏਗੀ, ਪ੍ਰੇਅਰ ਆਫ ਦਾ ਬਰਡਸ। ਕੁਐਸਚਨ ਨੰਬਰ 20, ਵਟ ਕੈਨ ਦਾ ਬਰਡਸ ਗਿਵ ਅਸ। ਹਾਂਜੀ, ਜਿਹੜੀ ਲੱਕੜ ਸਾਨੂੰ ਕੀ ਮਿਲਦਾ ਹੈਗਾ, ਹੀਟ ਐਜ਼ ਵੈਲ ਐਜ਼ ਕੋਲਡਨੈਸ। ਨੰਬਰ 21, ਹੂ ਇਜ਼ ਦਾ ਨਰੇਟਰ ਇਨ ਦਿਸ ਪੋਇਮ। ਹਾਂਜੀ, ਇਹਦੇ ਵਿੱਚ ਨਰੇਟਰ ਕੌਣ ਹੈਗਾ, ਬਰਡਸ। ਠੀਕ ਹੈ, ਬੀ ਆਪਸ਼ਨ ਕਰੈਕਟ ਆ ਜਾਏਗੀ, ਬਰਡਸ। ਕੁਐਸਚਨ ਨੰਬਰ 22, ਵਟ ਡਜ਼ ਦਾ ਡਰੌਟਸ ਆਫ ਫਰੈਸ਼ ਫਰੂਟਸ ਡੂ ਫॉर ਅਸ। ਹਾਂਜੀ, ਕੁਐਂਚ ਆਵਰ ਥਰਸਟ। ਇਹ ਆਪਸ਼ਨ ਕਰੈਕਟ ਹੈਗੀ। ਕੁਐਸਚਨ ਨੰਬਰ 23, ਵਟ ਡਿਡ ਦਾ ਗਰਲ ਸੇ ਅਬਾਊਟ ਦਾ ਗਾਰਡਨਰ। ਦੇਖੋ ਇਹਦੇ ਲਈ ਆਪਣੇ ਕੋਲ ਬੀ ਆਪਸ਼ਨ ਕਰੈਕਟ ਆ ਜਾਏਗੀ, ਸ਼ੀ ਸੈਡ ਦੈਟ ਗਾਰਡਨਰ ਵਾਜ਼ ਹੰਡਰਡਸ ਆਫ ਈਅਰ ਓਲਡ। ਕੁਐਸਚਨ ਨੰਬਰ 24, ਵਟ ਵਾਜ਼ ਦਾ ਨੇਮ ਆਫ ਦਾ ਹੈਡ ਗਰਲ। ਜਿਹੜੀ ਹੈਡ ਗਰਲ ਸੀ ਉਹਦਾ ਕੀ ਨਾਮ ਸੀ, ਮਿਲੀ। ਨੰਬਰ 25, ਵਟ ਵਾਜ਼ ਦਾ ਏਜ ਆਫ ਦਾ ਗਰਲ ਹੂਮ ਦਾ ਆਥਰ ਸਾ ਐਜ਼ ਹੀ ਵਾਜ਼ ਐਂਟਰਿੰਗ ਦਾ ਸਕੂਲ। ਹਾਂਜੀ, ਤਾਂ ਉਹਦੀ ਉਮਰ ਕਿੰਨੀ ਸੀ, 12 years old, 12 ਸਾਲ। ਨੈਕਸਟ, ਪ੍ਰੋਹਰ ਵਾਜ਼ ਜਨਰਲਸ। ਹਾਂਜੀ, ਕੁੱਕ। ਜਿਹੜਾ ਪ੍ਰੋਹਰ ਸੀ ਉਹ ਜਨਰਲ ਦਾ ਕੀ ਸੀ, ਕੁੱਕ ਸੀ। ਨੰਬਰ 27, ਹੂ ਡਿਡ ਦਾ ਡੌਗ ਬਾਈਟ। ਹੂਮ ਡਿਡ ਦਾ ਡੌਗ ਬਾਈਟ, ਤਾਂ ਇਹਦੇ ਲਈ ਆਪਣੇ ਕੋਲ ਆ ਜਾਏਗਾ, ਠੀਕ ਹੈ, ਹਰੀਕੁਨ। ਨੰਬਰ 28, ਬਿਸ਼ੰਬਰ ਨਾਥ ਇਜ਼। ਹਾਂਜੀ, ਬਿਸ਼ੰਬਰ ਨਾਥ ਇਜ਼ ਅ ਰਿਚ ਗ੍ਰੋਸਰ। ਨੰਬਰ 29, ਭੋਲੀ ਹੈਡ ਡੈਸ਼ ਐਂਡ ਡੈਸ਼। ਭੋਲੀ had 3 brothers and 3 sisters.
ए ऑप्शन करेक्ट आ जाएगी। Bolli had 3 brothers and 3 sisters. Question number 30. Who came to bed Bholi? तो आ जाएगा Bishambar. Question number 31 to 40 are based on grammar and translation. Choose the correct translation. Next है 31. Truth always triumphs. ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਸੱਚ ਜਿੱਤਦਾ ਸੀ, ਸੱਚ ਹਮੇਸ਼ਾ ਜਿੱਤਦਾ ਰਹੇਗਾ, ਸੱਚ ਜਿੱਤਿਆ। ਤੇ ਇਹਦੇ ਵਿੱਚ ਜਿਹੜੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਨੰਬਰ 32 ਆਲਵੇਜ਼ ਬੀ ਪੋਲਾਈਟ। ਆਲਵੇਜ਼ ਬੀ ਪੋਲਾਈਟ, ਹਮੇਸ਼ਾ ਨਿਮਰ ਰਹੋ। ਨੰਬਰ 33 ਜਲਦੀ ਕਰੋ, ਹਾਂਜੀ ਤਾਂ ਇਹਦਾ ਦੇਗਾ ਹਰੀ ਅਪ, ਸੌਖੇ ਹੈ ਤਾਂ ਬਿਲਕੁਲ। ਜੇਬ ਕਤਰਿਆਂ ਤੋਂ ਬਚੋ, ਆ ਜਾਏਗਾ ਬੀ ਵੇਅਰ ਆਫ ਪਿਕ ਪॉकेट्स। नेक्स्ट है डू एज ए डायरेक्टर। चूज द करेक्ट ऑप्शंस। क्वेश्चन नंबर 35 to 40। 35 गिव मी डैश मोर यूज, fill in the blank with the suitable determiner. Give me some more use. 36 she is proud of dash beauty, fill in the blank with the suitable determiner. She is proud of her beauty. Number 37 she sang a melodious song, change into a complex sentence. She sang a song that was melodious. B option correct आ जाएगी। Number 38 he is too big to walk, rewrite using so that. He is so weak that he cannot walk. Number 39 my father said to me, take care of your health, change the narration. सी देखो माई फादर एडवाइज्ड मी टू टेक केयर ऑफ माई हेल्थ। सी ऑप्शन करेक्ट आ जाएगी अपने को। नंबर 40 द टीचर सेड टू द बॉय वाई आर यू लेट, चेंज द नरेशन। द टीचर आस्क द बॉय वाई ही वॉज लेट। सी ऑप्शन करेक्ट आ जाएगी ਇਹਦੇ ਲਈ। तो ये 40 क्वेश्चन सी ਜਿਹੜੇ ਸਾਰੇ ਤੁਹਾਡੇ MCQs ਬੇਸਡ ਹੈਗੇ। ਤਾਂ ਬਿਲਕੁਲ ਇਸੇ ਤਰੀਕੇ ਨਾਲ ਜਿਹੜਾ ਤੁਹਾਡਾ ਟਰਮ 1 ਦਾ ਪੇਪਰ ਹੋਏਗਾ, ਠੀਕ ਹੈ, ਜਰਨਲ ਇੰਗਲਿਸ਼ ਦਾ 12th ਕਲਾਸ ਦੇ ਲਈ, ਉਹਦੇ ਵਿੱਚ ਵੀ ਤੁਹਾਨੂੰ 40 ਮਾਰਕਸ ਦੇ MCQs ਹੀ ਆਉਣਗੇ। ਠੀਕ ਹੈ, ਤਿਆਰੀ ਕਰੋ ਆਪਣੀ। ਠੀਕ ਹੈ, ਜਿਹੜੇ ਵੀ ਇੰਪੋਰਟੈਂਟ ਕੁਐਸਚਨਸ ਤੁਹਾਡੇ ਟੀਚਰ ਸਾਹਿਬਾਨ ਤੁਹਾਨੂੰ ਕਰਵਾ ਰਹੇ ਹੈਗੇ ਉਹਨਾਂ ਨੂੰ ਰੀਡ ਕਰੋ, ਬੁੱਕ ਦੇ ਵਿੱਚੋਂ ਲੈਸਨ ਨੂੰ ਚੰਗੀ ਤਰ੍ਹਾਂ ਰੀਡ ਕਰੋ। ਠੀਕ ਹੈ, ਤਾਂ ਜੋ ਅਸੀਂ ਇਸ ਐਗਜ਼ਾਮ ਦੇ ਵਿੱਚੋਂ, ਇਹਨਾਂ ਪੇਪਰਸ ਦੇ ਵਿੱਚੋਂ ਵਧੀਆ ਅੰਕ ਲੈ ਸਕੀਏ। ਠੀਕ ਹੈ ਬੇਟਾ, ਓਕੇ ਜੀ, ਥੈਂਕ ਯੂ ਐਂਡ ਗੁੱਡ ਲੱਕ ਫॉर योर एग्ज़ाम।